ਨਜਾਇਜ਼ ਭਰਤੀਆਂ ਜਿਹੜੀਆਂ ਹੋਈਆਂ, ਨਜਾਇਜ਼ ਪ੍ਰਮੋਸ਼ਨਾਂ ਹੋਈਆਂ, ਉਹ ਨਜਾਇਜ਼ ਖਰਚੇ ਹੋਏ। ਸਾਡੇ ਕੰਮ ਕਰਨ ਦਾ ਸਿਸਟਮ ਹੀ ਠੀਕ ਨਹੀਂ ਹੈ। ਕਮੇਟੀਆਂ ਨੇ ਕੇਵਲ ਤੇ ਕੇਵਲ ਆਪਣੇ ਵੋਟ ਬੈਂਕ ਨੂੰ ਕਿਵੇਂ ਪ੍ਰਮੋਟ ਕਰਨਾ ਹੈ ਕਿ ਮੈਂਬਰ ਚੁਣਨ ਤੋਂ ਪਹਿਲਾਂ ਮੈਂਬਰ ਦਾ ਕਰੈਕਟਰ ਕੀ ਹੈਗਾ, ਮੈਂਬਰ ਦੀ ਸੋਚ ਕੀ ਹੈਗੀ ਹੈ, ਕੀ ਵਿਜ਼ਨ ਹੈ ਮੈਂਬਰ ਦਾ, ਔਰ ਮੈਂਬਰ ਦਾ ਕਾਰੋਬਾਰ ਕੀ ਹੈ। ਇਸ ਤਰੀਕੇ ਦੇ ਮੈਂਬਰ ਵੀ ਜਿਹੜੇ ਆ ਕੇ ਇੱਥੇ ਆਪਣੇ ਕਾਰੋਬਾਰ ਦੀ ਤਲਾਸ਼ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਫਿਰ ਉਹ ਕੌਮ ਨੂੰ ਕੀ ਦੇ ਸਕਦੇ ਆ, ਇੱਕ ਵੱਡਾ ਸਵਾਲ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਚਾਹੀਦਾ ਸਭ ਤੋਂ ਪਹਿਲਾਂ ਕੌਮ ਨੂੰ ਇਸ ਦੁਵਿਧਾ ਦੇ ਵਿੱਚੋਂ ਕੱਢਣ। ਕੌਮ ਜਿਹੜੀ ਹੈ ਸਰਵਾਈਵ ਨਹੀਂ ਕਰ ਸਕੂਗੀ। ਆਰਐਸਐਸ ਦੀ ਆਈਡੀਓਲੋਜੀ ਇਹ ਹੈ ਕਿ ਸਿੱਖ ਜਿਹੜੀ ਵੱਖਰੀ ਕੌਮ ਨਹੀਂ ਹੈ ਤੇ ਸਿੱਖ ਹਿੰਦੂ ਧਰਮ ਦਾ ਹੀ ਇੱਕ ਬ੍ਰਾਂਚ ਹੈ, ਇੱਕ ਉਹਨਾਂ ਦੀ ਸੰਸਥਾ ਹੈ। ਤੇ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਹੈ ਉਹਨਾਂ ਨੂੰ ਮੈਂ ਕਹਿ ਸਕਦਾ ਕਿ ਨਿਡਰ ਹੋ ਕੇ ਕੌਮ ਦੇ ਹਿੱਤ ਦੇ ਵਿੱਚ ਇਹ ਫੈਸਲਾ ਲੈਣਾ ਚਾਹੀਦਾ ਹੈ। ਇਹਦੇ ਵਾਸਤੇ ਕਿਤੇ ਆਰਐਸਐਸ ਰੁਕਾਵਟ ਨਹੀਂ ਹੈਗੀ ਹੈ। ਸ਼ਾਇਦ ਉਹ ਆਪ ਹੀ ਇਸ ਬਾਰੇ ਫੈਸਲਾ ਨਹੀਂ ਕਰ ਪਾ ਰਹੇ। ਇਹਦੇ ਬਾਰੇ ਫੈਸਲਾ ਹੋਣਾ ਚਾਹੀਦਾ ਹੈ। ਸਿੱਖ ਵੱਖਰੀ ਕੌਮ ਹੈ, ਇਸ ਗੱਲ ਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ। ਸ਼ਾਇਦ ਹਾਥੀ ਦੇ ਦੰਦ ਖਾਣ ਦੇ ਹੋਰ, ਦਿਖਾਉਣ ਦੇ ਹੋਰ ਬਹੁਤ ਸਾਰੀਆਂ ਊਣਤਾਵਾਂ ਤੁਹਾਨੂੰ ਉਹਨਾਂ ਲੋਕਾਂ ਦੇ ਵਿੱਚ ਮਿਲਣਗੀਆਂ ਜਿਹੜੇ ਇਸ ਤਰੀਕੇ ਦਾ ਭੰਡੀ ਪ੍ਰਚਾਰ ਕਰਦੇ ਆ। ਕੋਈ 15 ਕਰੋੜ ਰੁਪਈਆ ਸੈਲਰੀ ਜਿਹੜੀ ਹੈ ਸਾਡੇ 12 ਸਕੂਲ ਜਿਹੜੇ ਹੈਗੇ ਆ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਉਹਨਾਂ ਦੀ ਸੈਲਰੀ ਦਾ 15 ਕਰੋੜ ਰੁਪਈਆ ਭੁਗਤਾਨ ਹੋਣ ਵਾਲਾ ਰਹਿੰਦਾ ਹੈਗਾ। ਫੀ ਡਿਫਾਲਟਰ ਜਿਹੜੀ ਕਲੈਕਸ਼ਨ ਰਹਿੰਦੀ ਹੈ ਤੇ 15 ਕਰੋੜ ਰੁਪਈਆ ਹੁਣ ਤੱਕ ਦੀਆਂ ਸੈਲਰੀਆਂ ਸਾਰੇ ਸਟਾਫ ਦੀਆਂ ਦੇ ਕੇ ਵੀ ਸਾਡੇ ਕੋਲ 1.5 ਕਰੋੜ ਰੁਪਈਆ ਬਚਦਾ ਹੈ। ਅੱਜ ਬੱਚਿਆਂ ਦੇ ਕੋਲ ਸਮਾਰਟਫੋਨ ਹੈ ਨਹੀਂ ਹੈ ਕਿ ਉਹ ਬੱਚੇ ਸਮਾਰਟਫੋਨ ਨਾ ਹੋਣ ਦੀ ਵਜ੍ਹਾ ਦੇ ਨਾਲ ਆਨਲਾਈਨ ਕਲਾਸਾਂ ਜੁਆਇਨ ਨਹੀਂ ਕਰ ਪਾ ਰਹੇ। ਸਿੱਖ ਨਿਊਜ਼ ਐਕਸਪ੍ਰੈਸ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਸਾਡੇ ਨਾਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸਰਦਾਰ ਕੁਲਵੰਤ ਸਿੰਘ ਜੀ ਬਾਠ, ਜਿਨ੍ਹਾਂ ਤੋਂ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ 2021 ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਆ ਰਹੀਆਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ, ਉਹਨਾਂ ਇਲੈਕਸ਼ਨ ਦਾ ਏਜੰਡਾ ਕੀ ਰਹੇਗਾ ਤੇ ਇਸ ਸਾਰੇ ਏਜੰਡੇ ਦੇ ਵਿੱਚ ਜੋ ਕੁਝ ਪਹਿਲਾਂ ਵੀ ਮੈਨੀਫੈਸਟੋ ਤਿਆਰ ਕਰਕੇ ਸੰਗਤ ਦੇ ਸਾਹਮਣੇ ਰੱਖਿਆ ਗਿਆ ਸੀਗਾ, ਉਹਦੇ ਵਿੱਚ ਕਿੰਨਾ ਕੁ ਇਨਸਾਫ ਹੋਇਆ, ਉਸ ਮੈਨੀਫੈਸਟੋ ਦੇ ਨਾਲ ਸੰਗਤ ਦੇ ਨਾਲ ਕਿੰਨਾ ਕੁ ਇਨਸਾਫ ਹੋਇਆ, ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਨੇ ਵਿਚਾਰੀਆਂ ਜਾਣਗੀਆਂ। ਸੋ ਭਾਈ ਸਾਹਿਬ ਜੀ, ਆਪ ਜੀ ਦਾ ਬਹੁਤ ਬਹੁਤ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਕਿ ਆਪ ਜੀ ਸਮਾਂ ਕੱਢ ਕੇ ਸਾਡੇ ਇਸ ਪ੍ਰੋਗਰਾਮ ਵਿੱਚ ਆਏ ਹੋ। ਪ੍ਰਵਾਨੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਭਾਈ ਸਾਹਿਬ ਜੀ, ਆਪ ਜੀ ਇਹਨੂੰ ਕਿਵੇਂ ਵੇਖਦੇ ਹੋ ਕਿ 2013 ਦੀ ਇਲੈਕਸ਼ਨ ਤੋਂ ਬਾਅਦ ਜਿਹੜਾ ਬਾਦਲ ਪਾਰਟੀ ਦੇ ਵਿੱਚ ਬਾਦਲ ਪਾਰਟੀ ਜਿਹੜੀ ਹੈ ਉਹ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਉੱਪਰ ਜਿਹੜੀ ਹੈ ਉਹ ਕਾਬਜ਼ ਹੋਈ ਹੈ ਇਲੈਕਸ਼ਨਾਂ ਤੋਂ ਬਾਅਦ, ਤੇ ਉਸ ਦੀ ਮੈਨੇਜਮੈਂਟ ਦੇ ਵਿੱਚ ਜਿਹੜੇ ਉਤਾਰ ਚੜਾਓ ਆਏ ਨੇ 2013 ਤੋਂ ਬਾਅਦ ਹੁਣ ਤੱਕ, ਉਸ ਨੂੰ ਆਪ ਜੀ ਕਿਵੇਂ ਵੇਖਦੇ ਹੋ? ਦੇਖੋ, ਜਿਹੜੀ 2013 ਤੋਂ ਤੁਸੀਂ ਗੱਲ ਕਰ ਰਹੇ ਹੋ, ਉਤਾਰ ਚੜਾਅ ਅਕਸਰ ਜਿਹੜੇ ਆ ਉਹ ਕਮੇਟੀਆਂ ਦੇ ਵਿੱਚ ਪਹਿਲਾਂ ਵੀ ਦੇਖਣ ਨੂੰ ਮਿਲਦੇ ਰਹੇ ਆ। ਲੇਕਿਨ ਮੈਂ ਪੂਰੀ ਤਰ੍ਹਾਂ ਬੇਸ਼ੱਕ ਕੁਛ ਮੁੱਦਿਆਂ ਦੇ ਨਾਲ ਸਹਿਮਤ ਨਾ ਹੋਵਾਂ, ਲੇਕਿਨ ਕਾਫੀ ਚੰਗੇ ਕੰਮ ਵੀ ਇਸ ਦਰਮਿਆਨ ਹੋਏ ਆ ਔਰ ਕੁਛ ਕਿਤੇ ਨਾ ਕਿਤੇ ਅਕਸ਼ ਨੂੰ ਢਾਹ ਵੀ ਲੱਗੀ ਹੈ। ਲੇਕਿਨ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਇਲੈਕਸ਼ਨ ਹੈ, ਇੱਕ ਧਾਰਮਿਕ ਸੰਸਥਾ ਦਾ ਇਲੈਕਸ਼ਨ ਹੁੰਦਾ ਹੈ। ਇਹਦੇ ਵਿੱਚ ਕਿਸ ਤਰੀਕੇ ਦਾ ਕਰੈਕਟਰ ਬੰਦੇ ਦਾ ਹੋਣਾ ਚਾਹੀਦਾ ਹੈ, ਉਹ ਕਿਸ ਤਰੀਕੇ ਦੀ ਉਹਦੀ ਸੋਚ ਹੋਣੀ ਚਾਹੀਦੀ ਹੈ, ਸਿੱਖੀ ਸਿਧਾਂਤਾਂ ਦੇ ਉੱਤੇ ਕਿਸ ਤਰੀਕੇ ਪਹਿਰਾ ਦਿੱਤਾ ਜਾ ਸਕਦਾ ਹੈ, ਜਾਂ ਸਿੱਖ ਗਰੀਬ ਪਰਿਵਾਰ ਜਿਹੜੇ ਕਿਤੇ ਨਾ ਕਿਤੇ ਇਸ ਆਸ ਦੇ ਨਾਲ ਆਪਣਾ ਜੀਵਨ ਬਸਰ ਕਰਦੇ ਹੈ ਕਿ ਉਹਨਾਂ ਦੇ ਬੱਚਿਆਂ ਦੀ ਸਿੱਖਿਆ ਦਾ ਪ੍ਰਬੰਧ ਹੋਵੇ ਜਾਂ ਉਹਨਾਂ ਦੇ ਵਾਸਤੇ ਕੋਈ ਰੁਜ਼ਗਾਰ ਦੇ ਸਾਧਨ ਜਿਹੜੇ ਉਹ ਹੋਣ। ਮੈਂ ਕਹਿਣਾ ਚਾਹਾਂਗਾ ਕਿ ਇਹਨਾਂ ਗੱਲਾਂ ਦਾ ਜ਼ਰੂਰ ਕਿਤੇ ਨਾ ਕਿਤੇ ਧਿਆਨ ਰੱਖਣਾ ਚਾਹੀਦਾ। ਅੱਛਾ ਭਾਈ ਸਾਹਿਬ ਜੀ, ਹੁਣ ਜਿਹੜਾ DSGMC ਦੇ ਵਿੱਚ ਜਿਹੜਾ ਕਰਪਸ਼ਨ ਦੇ ਮਾਮਲੇ ਜਿਹੜੇ ਸਾਹਮਣੇ ਆਏ ਨੇ, ਤੇ ਇਹਨਾਂ ਦੇ ਕਾਰਨ ਕਹਿੰਦੇ ਕਿ ਜਿਹੜਾ ਆਪਣਾ ਖਜ਼ਾਨਾ ਹੈ ਉਹ ਖਾਲੀ ਹੋ ਚੁੱਕਾ ਹੈ, ਜਿਸ ਦੇ ਕਰਕੇ ਟੀਚਰਾਂ ਨੂੰ ਵੀ ਸੈਲਰੀ ਦਾ ਮੁੱਦਾ ਜਿਹੜਾ ਮੀਡੀਆ ਵਿੱਚ ਕਾਫੀ ਪੱਖਿਆ ਪਿਆ ਹੈ। ਤੇ ਇਹ ਸਾਰੇ ਦਾ ਰਿਸਪੌਂਸੀਬਲ ਕੌਣ ਹੈ ਇਸ ਸਾਰੇ ਮਾਮਲੇ ਦੇ ਵਿੱਚ, ਤੇ ਤੁਸੀਂ ਕੀ ਸਮਝਦੇ ਹੋ ਕਿ ਪਿਛਲੇ 8 ਸਾਲਾਂ ਤੋਂ DSGMC ਜਿਹੜੀ ਹੈ ਉਹ ਬਾਦਲ ਪਾਰਟੀ ਦੇ ਹੀ ਤਕਰੀਬਨ ਅਧੀਨ ਹੈ ਤੇ ਉਹੀ ਇੱਥੋਂ ਦੇ ਜਿਹੜੇ ਨੇ ਉਹ ਜ਼ਿੰਮੇਵਾਰ ਸ਼ਖਸ ਨੇ? ਆਪ ਜੀ ਇਸ ਬਾਰੇ ਕੀ ਕਹੋਗੇ? ਦੇਖੋ, ਮੈਂ ਗੁਰੂ ਘਰ ਦਾ ਸੇਵਾਦਾਰ ਹੋਣ ਦੇ ਨਾਤੇ ਰਾਜਨੀਤੀ ਤੋਂ ਹਟ ਕੇ ਨਿਰੋਲ ਜਿਹੜੀ ਨਿਸ਼ਪਕਸ਼ ਗੱਲ ਹੈ ਉਹ ਕਰਨੀ ਚਾਹਾਂਗਾ। ਇਹਦੇ ਵਾਸਤੇ ਜੇ ਆਪਾਂ ਦੋਸ਼ੀ ਦੀ ਗੱਲ ਕਰੀਏ, ਜੋ ਤੁਸੀਂ ਸਿੱਖ ਇੰਸਟੀਟਿਊਸ਼ਨ ਦੀ ਗੱਲ ਕੀਤੀ ਹੈ, ਤਾਂ ਮੈਂ ਇਹ ਕਹਿ ਸਕਦਾ ਕਿ 2000 ਤੋਂ ਲੈ ਕੇ ਔਰ 2013 ਤੱਕ ਜਿਹੜਾ ਪ੍ਰਬੰਧ ਸੀਗਾ, ਉਸ ਪ੍ਰਬੰਧ ਦੇ ਵਿੱਚ ਮੈਂ ਸਾਰਿਆਂ ਨੂੰ ਦੋਸ਼ੀ ਨਹੀਂ ਮੰਨਦਾ, ਲੇਕਿਨ ਉਹਦੇ ਵਿੱਚ ਬਹੁਤ ਜ਼ਿਆਦਾ ਮੈਂਬਰ ਜਿਹੜੇ ਆਪਾਂ ਕਹਿ ਲਈਏ ਕੋਈ 10 ਤੋਂ 12 ਗਿਣਤੀ ਜਿਹਨਾਂ ਮੈਂਬਰਾਂ ਦੀ ਸੀਗੀ, ਜਿਨ੍ਹਾਂ ਨੇ ਇਹਨਾਂ ਅਦਾਰਿਆਂ ਨੂੰ ਬਰਬਾਦ ਕਰਨ ਦੇ ਵਿੱਚ ਆਪਣੀ ਭੂਮਿਕਾ ਜਿਹੜੀ ਹੈ ਨਿਭਾਈ ਆ।
ਔਰ ਇਹ ਜਗ ਜ਼ਾਹਰ ਹੈ। ਮੈਂ ਤੁਹਾਡੇ ਚੈਨਲ 'ਤੇ ਇਹ ਗੱਲ ਕਹਿਣੀ ਚਾਹੁੰਦਾ ਕਿ ਬੇਸ਼ੱਕ ਸੰਗਤ ਦੀ ਕਚਹਿਰੀ ਦੇ ਵਿੱਚ ਇੱਕ ਤੁਸੀਂ ਪ੍ਰੋਗਰਾਮ ਰੱਖੋ, ਔਰ ਜਿਹੜਾ ਕੱਚਾ ਚਿੱਠਾ ਹੈ ਕਿ ਕਿਵੇਂ ਉਸ ਟਾਈਮ ਨਜਾਇਜ਼ ਭਰਤੀਆਂ ਜਿਹੜੀਆਂ ਹੋਈਆਂ, ਨਜਾਇਜ਼ ਪ੍ਰਮੋਸ਼ਨਾਂ ਹੋਈਆਂ ਔਰ ਨਜਾਇਜ਼ ਖਰਚੇ ਹੋਏ, ਉਸ ਤੋਂ ਬਾਅਦ ਜਿਹੜਾ ਸਾਡੇ ਸਕੂਲਾਂ ਦਾ ਖਾਸ ਤੌਰ 'ਤੇ ਗ੍ਰਾਫ ਹੈ ਉਹ ਗਿਰਨਾ ਸ਼ੁਰੂ ਹੋ ਗਿਆ। ਕਿਉਂਕਿ ਜਦੋਂ ਸੈਲਰੀ ਜਿਹੜੀ ਹੈ ਟੀਚਰਾਂ ਨੂੰ 6ਵਾਂ ਪੇ ਕਮਿਸ਼ਨ ਲੱਗਣ ਤੋਂ ਬਾਅਦ 2013 ਤੋਂ ਬਾਅਦ ਇੱਕ ਸਮਾਂ ਐਸਾ ਆ ਗਿਆ ਜਦੋਂ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਜ਼ਿਆਦਾ ਵੱਧ ਗਿਆ, ਔਰ ਉਹਦੇ ਕਰਕੇ ਟੀਚਰਾਂ ਦੀ ਵੀ ਮਜਬੂਰੀ ਸੀ ਕਿ ਜਿਹੜੇ ਲੋਕ ਆਪਣੇ ਪਰਿਵਾਰਾਂ ਨੂੰ ਪਾਲ ਰਹੇ ਸੀਗੇ, ਉਹਨਾਂ ਨੂੰ ਅਗਰ ਸੈਲਰੀ ਟਾਈਮ 'ਤੇ ਨਾ ਮਿਲੇ, ਉਹਨਾਂ ਲੋਕਾਂ ਨੇ ਕਿਤੇ ਨਾ ਕਿਤੇ ਇਸ ਗੱਲ ਦੇ ਖਿਲਾਫ ਆਪਣੀ ਆਵਾਜ਼ ਜਿਹੜੀ ਬੁਲੰਦ ਕਰਨੀ ਸ਼ੁਰੂ ਕੀਤੀ। ਔਰ ਇਹਨਾਂ ਸਕੂਲਾਂ ਦਾ ਅਕਸ਼ ਜਿਹੜਾ ਕਿਤੇ ਨਾ ਕਿਤੇ ਇਸ ਕਰਕੇ ਵੀ ਵਿਗੜਿਆ ਕਿਉਂਕਿ ਉਹਨਾਂ ਦੀਆਂ ਕੁਝ ਮਜਬੂਰੀਆਂ ਸੀਗੀਆਂ, ਲੇਕਿਨ ਪ੍ਰਬੰਧ ਦੀਆਂ ਜਿਹੜੀਆਂ ਕਮੀਆਂ ਪੁਰਾਣੇ ਸਮੇਂ ਦੇ ਵਿੱਚ ਰਹੀਆਂ, ਜਿਹਦੇ ਕਰਕੇ ਸਾਰੇ ਇਹ ਹਾਲਾਤ ਜਿਹੜੇ ਬਣੇ ਆ। ਅੱਛਾ, ਪੈਸੇ ਆਪਾਂ ਵੇਖਿਆ ਕਿ ਬਾਦਲ ਪਾਰਟੀ ਦੇ ਮੈਨੀਫੈਸਟੋ ਦੇ ਵਿੱਚ ਜਿਹੜਾ ਇਹ ਕਿਹਾ ਗਿਆ ਸੀ ਕਿ ਬਾਲਾ ਸਾਹਿਬ ਹਸਪਤਾਲ ਜਿਹੜਾ ਉਹ ਆਪਾਂ ਸ਼ੁਰੂ ਕਰਾਂਗੇ, ਜਿਹੜੇ ਆਪਣੇ ਵਿਦਿਅਕ ਅਦਾਰੇ ਨੇ ਉਹਨਾਂ ਦਾ ਮਿਆਰ ਉੱਚਾ ਚੁੱਕਿਆ ਜਾਏਗਾ। ਫਿਰ ਕਿਹਾ ਗਿਆ ਸੀ ਕਿ ਬਾਲਾ ਸਾਹਿਬ ਹਸਪਤਾਲ ਜਿਹੜਾ ਉਸ ਨੂੰ ਅਸੀਂ ਸ਼ੁਰੂ ਕਰਕੇ ਬੜੇ ਵੱਡੇ ਲੈਵਲ ਦੇ ਉੱਪਰ ਜਿਹੜਾ ਸੰਗਤਾਂ ਜਿਹੜੀਆਂ ਨੇ ਉਸ ਤੋਂ ਲਾਹਾ ਲੈ ਸਕਦੀਆਂ ਨੇ, ਜਾਂ ਸਾਡੇ ਜਿਹੜੇ ਅਦਾਰੇ ਨੇ ਅਤੇ ਐਜੂਕੇਸ਼ਨ ਅਦਾਰੇ ਨੇ ਉਹਨਾਂ ਬਾਰੇ ਤੁਸੀਂ ਹੁਣੇ ਹੀ ਗੱਲ ਕੀਤੀ ਹੈ। 8 ਸਾਲ ਦਾ ਅਰਸਾ ਹੈ ਅਤੇ 8 ਸਾਲ ਦਾ ਅਰਸੇ ਦੇ ਵਿੱਚ ਇਹ ਸਾਰੇ ਅਦਾਰੇ ਆਪ ਜੀ ਦੇ ਕੋਲ ਨੇ, ਆਪ ਜੀ ਦੀ ਪਾਰਟੀ ਦੇ ਕੋਲ ਨੇ। ਕੀ ਇਹਨਾਂ ਵਿੱਚ ਸੁਧਾਰ ਨਹੀਂ ਹੋਇਆ? ਕਿਉਂਕਿ ਅਜੇ ਤੱਕ ਟੀਚਰਾਂ ਦੀ ਸੈਲਰੀ ਦਾ ਮੁੱਦਾ ਆਪ ਜੀ ਨੇ ਚੁੱਕਿਆ ਹੈ ਅਤੇ ਉਹ ਮੁੱਦਾ ਅਜੇ ਤੱਕ ਚੱਲ ਰਿਹਾ ਹੈ, ਅਤੇ ਇਹਦੇ ਵਿੱਚ ਸਾਰਾ ਜਿਹੜਾ ਉਹ ਅਜੇ ਤੱਕ ਸੁਧਾਰ ਹੀ ਨਹੀਂ ਹੋ ਪਾਇਆ। ਦੇਖੋ, ਗੱਲ ਇਹ ਹੈ ਜਿਹੜੀ ਤੁਸੀਂ ਮੁੜ ਕੇ ਬਾਦਲ ਪਾਰਟੀ ਦੀ ਗੱਲ ਕਰ ਰਹੇ ਹੋ, ਅਤੇ ਉਹਦੇ ਬਾਰੇ ਤਾਂ ਜਿਹੜੇ ਪਾਰਟੀ ਦੇ ਬੁਲਾਰੇ ਹੈਗੇ ਆ ਜਾਂ ਪਾਰਟੀ ਦੇ ਪ੍ਰਧਾਨ ਹੈਗੇ ਆ ਜਾਂ ਅਹੁਦੇਦਾਰ ਹੈਗੇ ਆ, ਉਹ ਜ਼ਿਆਦਾ ਬਿਹਤਰ ਆਪਣੀ ਗੱਲ ਕਹਿਣ ਤਾਂ ਮੈਂ ਸਮਝਦਾ ਠੀਕ ਹੈ। ਲੇਕਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੀਤ ਪ੍ਰਧਾਨ ਹੋਣ ਦੇ ਨਾਤੇ ਮੈਂ ਇਹ ਗੱਲ ਜ਼ਰੂਰ ਕਹਿ ਸਕਦਾ ਕਿ ਪ੍ਰਬੰਧਾਂ ਦੇ ਵਿੱਚ ਕਿਤੇ ਨਾ ਕਿਤੇ ਕੁਝ ਕਮੀਆਂ ਜਿਹੜੀਆਂ ਉਹ ਸਮੇਂ ਸਿਰ ਆਪਾਂ ਉਹਨਾਂ ਦਾ ਪ੍ਰਬੰਧ ਨਹੀਂ ਕਰ ਸਕੇ, ਉਹ ਵੀ ਇੱਕ ਕਾਰਨ ਹੋ ਸਕਦਾ ਹੈ। ਲੇਕਿਨ ਮੁੱਖ ਕਾਰਨ ਇਹਦਾ ਜਿਹੜਾ ਰਿਹਾ ਉਹ ਜੋ ਵਿਰਾਸਤ ਦੇ ਵਿੱਚ ਮਿਲਿਆ, ਬਹੁਤ ਜ਼ਿਆਦਾ ਜਿਹੜਾ ਬਰਡਨ ਜਿਹੜਾ ਕਮੇਟੀ ਦੇ ਉੱਤੇ 6ਵੇਂ ਪੇ ਕਮਿਸ਼ਨ ਨੂੰ ਲੈ ਕੇ ਸੀਗਾ, ਸਕੂਲਾਂ ਦੇ ਹਾਲਾਤ ਤਾਂ ਖਰਾਬ ਹੋਏ। ਬਾਲਾ ਸਾਹਿਬ ਹਸਪੀਟਲ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਮੇਰੇ ਮਨ ਦੇ ਵਿੱਚ ਮਤਲਬ ਚਾਅ ਵੀ ਹੈਗਾ ਹੈ ਅਤੇ ਮੇਰੀ ਦ੍ਰਿੜ ਇੱਛਾ ਵੀ ਹੈ ਵੀ ਇਹ ਜਿਹੜਾ ਹਸਪੀਟਲ ਹੈ ਇਹ ਕੌਮ ਨੂੰ ਸਮਰਪਿਤ ਹੋਣਾ ਚਾਹੀਦਾ ਸੀ। ਲੇਕਿਨ ਕੁਛ ਕਾਰਨਾਂ ਕਰਕੇ ਇਸ ਹਸਪੀਟਲ ਦੀ ਜਿਹੜੀ ਉਸਾਰੀ ਹੈ ਉਹਨੂੰ ਪਿਛਲੇ ਸਮੇਂ ਦੇ ਵਿੱਚ ਨਹੀਂ ਕਰ ਸਕੇ। ਲੇਕਿਨ ਕੁਝ ਸਮਾਂ ਪਹਿਲੇ ਪ੍ਰਧਾਨ ਸਾਡੇ ਮਨਜਿੰਦਰ ਸਿੰਘ ਸਿਰਸਾ ਜੀ ਨੇ ਸਾਰੀ ਆਪਣੀ ਟੀਮ ਦੇ ਨਾਲ ਗੱਲ ਕਰਕੇ ਔਰ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੂੰ ਇਸ ਹਸਪੀਟਲ ਦੀ ਕਾਰ ਸੇਵਾ ਸੌਂਪੀ ਸੀਗੀ, ਤਾਂ ਕਿ ਆਪਾਂ ਇਸ ਹਸਪੀਟਲ ਨੂੰ ਘੱਟੋ ਘੱਟ 100 ਬੈੱਡ ਦਾ ਆਪਾਂ ਤਿਆਰ ਕਰਕੇ ਸੰਗਤ ਨੂੰ ਸਮਰਪਿਤ ਕਰੀਏ। ਲੇਕਿਨ ਜੋ ਦੇਸ਼ ਹੀ ਨਹੀਂ, ਵਿਦੇਸ਼ਾਂ ਦੇ ਵਿੱਚ ਵੀ ਪੂਰੇ ਸੰਸਾਰ ਦੇ ਵਿੱਚ ਕਰੋਨਾ ਮਹਾਮਾਰੀ ਨੇ ਹਾਲਾਤ ਬਣਾ ਦਿੱਤੇ, ਜਿਹਦੇ ਕਰਕੇ ਕਿ ਇਹ ਕੰਮ ਦੁਬਾਰਾ ਤੋਂ ਰੁਕ ਗਿਆ। ਅਸੀਂ ਤਾਂ ਅਰਦਾਸ ਕਰ ਸਕਦੇ ਹਾਂ ਗੁਰੂ ਚਰਨਾਂ ਦੇ ਵਿੱਚ ਕਿ ਇਸ ਮਹਾਮਾਰੀ ਤੋਂ ਬਹੁਤ ਜਲਦੀ ਜਿਹੜੀ ਹੈ ਉਹ ਪੂਰੇ ਵਿਸ਼ਵ ਦੇ ਲੋਕਾਂ ਨੂੰ ਨਿਜਾਤ ਮਿਲੇ, ਔਰ ਅਸੀਂ ਵੀ ਇਹ ਬਾਲਾ ਸਾਹਿਬ ਹਸਪੀਟਲ ਦਾ ਜਿਹੜਾ ਕੰਮ ਹੈ ਉਹਨੂੰ ਮੁੜ ਆਰੰਭ ਕਰਕੇ ਸੰਗਤ ਨੂੰ ਸਮਰਪਿਤ ਕਰ ਸਕੀਏ। ਅੱਛਾ, ਪਿਛਲੇ 8 ਸਾਲ ਦਾ ਅਰਸਾ ਹੈ ਅਤੇ 8 ਸਾਲ ਦੇ ਅਰਸੇ ਦੇ ਵਿੱਚ ਸੁਧਾਰ ਹੀ ਇੰਨਾ ਨਹੀਂ ਹੋ ਪਾਇਆ ਕਿ ਜਿਹੜੇ ਸਾਡੇ ਆਪਣੇ ਜਿਹੜੇ ਅਦਾਰੇ ਨੇ, ਐਜੂਕੇਸ਼ਨ ਅਦਾਰੇ, ਉਹ ਕਈ ਤਾਂ ਬੰਦ ਹੋਣ ਦੇ ਕਿਨਾਰੇ ਨੇ ਅਤੇ ਕਈ ਬੰਦ ਹੋ ਗਏ ਨੇ। ਦੇਖੋ, ਜੇ ਇਮਾਨਦਾਰੀ ਦੀ ਗੱਲ ਕਰੀਏ ਤਾਂ ਗੱਲ ਇਹ ਹੈਗੀ ਹੈ ਕਿ ਸਾਡੇ ਕੰਮ ਕਰਨ ਦਾ ਸਿਸਟਮ ਹੀ ਠੀਕ ਨਹੀਂ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸਿਸਟਮ ਹੈ ਉਹ ਪਿਛਲੇ ਲਗਭਗ 20 ਸਾਲਾਂ ਤੋਂ ਇਸ ਤਰ੍ਹਾਂ ਦਾ ਬਣ ਗਿਆ ਹੈ ਕਿ ਜਿਹੜਾ ਸਾਡੀ ਸਹੀ ਲਾਈਨ ਹੋਣੀ ਚਾਹੀਦੀ ਹੈ ਉਸ ਲਾਈਨ 'ਤੇ ਕਮੇਟੀਆਂ ਨਹੀਂ ਚੱਲੀਆਂ। ਕਮੇਟੀਆਂ ਨੇ ਕੇਵਲ ਅਤੇ ਕੇਵਲ ਆਪਣੇ ਵੋਟ ਬੈਂਕ ਨੂੰ ਕਿਵੇਂ ਪ੍ਰਮੋਟ ਕਰਨਾ ਹੈ, ਆਪਣੇ ਗਰੁੱਪ ਨੂੰ ਕਿਵੇਂ ਮਜ਼ਬੂਤ ਕਰਨਾ ਹੈ, ਜ਼ਿਆਦਾ ਧਿਆਨ ਜੇ ਮੈਂ ਕਹਾਂ ਇਸ ਪਾਸੇ ਪਿਛਲੀਆਂ ਕਮੇਟੀਆਂ ਦਾ ਵੀ ਰਿਹਾ। ਜੇ ਸਹੀ ਮਾਇਨੇ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਕਮੇਟੀ ਦੇ ਪ੍ਰਬੰਧਾਂ ਦੇ ਵਿੱਚ ਸੁਧਾਰ ਜਿਹੜਾ ਉਹ ਬਹੁਤ ਜ਼ਿਆਦਾ ਕਰਨ ਦੀ ਲੋੜ ਹੈਗੀ ਹੈ। ਕਮੇਟੀ ਦੇ ਵਿੱਚ ਜਿਹੜੇ ਮੈਂਬਰ ਹੈ ਉਹ ਸੰਗਤ ਨੇ ਚੁਣ ਕੇ ਭੇਜਣੇ ਹੈ, ਅਤੇ ਸੰਗਤ ਦਾ ਇਹ ਫਰਜ਼ ਬਣਦਾ ਕਿ ਮੈਂਬਰ ਚੁਣਨ ਤੋਂ ਪਹਿਲਾਂ ਮੈਂਬਰ ਦਾ ਕਰੈਕਟਰ ਕੀ ਹੈਗਾ, ਮੈਂਬਰ ਦੀ ਸੋਚ ਕੀ ਹੈਗੀ ਹੈ, ਕੀ ਵਿਜ਼ਨ ਹੈ ਮੈਂਬਰ ਦਾ, ਔਰ ਮੈਂਬਰ ਦਾ ਕਾਰੋਬਾਰ ਕੀ ਹੈ। ਜਦੋਂ ਇਸ ਤਰੀਕੇ ਦੇ ਮੈਂਬਰ ਵੀ ਜਿਹੜੇ ਆ ਕੇ ਇੱਥੇ ਆਪਣੇ ਕਾਰੋਬਾਰ ਦੀ ਤਲਾਸ਼ ਕਰਨਾ ਸ਼ੁਰੂ ਕਰ ਦਿੰਦੇ ਆ ਅਤੇ ਫਿਰ ਉਹ ਕੌਮ ਨੂੰ ਕੀ ਦੇ ਸਕਦੇ ਆ, ਇੱਕ ਵੱਡਾ ਸਵਾਲ ਹੈ। ਸੋ ਇਹਦੇ ਵਾਸਤੇ ਮੈਂ ਕਿਤੇ ਨਾ ਕਿਤੇ ਸੰਗਤ ਨੂੰ ਵੀ ਇਹ ਗੱਲ ਕਹਿਣੀ ਚਾਹਾਂਗਾ। ਤੁਸੀਂ 2021 ਦੀ ਚੋਣਾਂ ਦੀ ਗੱਲ ਕੀਤੀ ਹੈ, 2021 ਦੀਆਂ ਚੋਣਾਂ ਦੇ ਵਿੱਚ ਵੀ ਅਗਰ ਸੰਗਤ ਜਿਹੜਾ ਉਹਨਾਂ ਦਾ ਫਰਜ਼ ਬਣਦਾ ਹੈ ਕਿ ਚੰਗੇ ਕੈਂਡੀਡੇਟ ਚੁਣ ਕੇ, ਇਹਦੇ 'ਚ ਮੈਂ ਇਹ ਕਹਿਣਾ ਚਾਹਾਂਗਾ ਪਾਰਟੀਬਾਜ਼ੀ ਤੋਂ ਵੀ ਉੱਪਰ ਉੱਠ ਜਾਣਾ ਚਾਹੀਦਾ ਹੈ। ਕਈ ਵਾਰ ਪਾਰਟੀਆਂ ਦੇ ਵਿੱਚ ਜਿਹੜੇ ਕੈਂਡੀਡੇਟ ਹੈ ਉਹ ਚੰਗੇ ਨਹੀਂ ਹੁੰਦੇ,
ਕੁਝ ਮਜਬੂਰੀਆਂ ਹੁੰਦੀਆਂ ਪਾਰਟੀ ਦੀਆਂ, ਲੇਕਿਨ ਸੰਗਤ ਦੇ ਕੋਲ ਆਪਸ਼ਨ ਹੁੰਦੀ ਹੈ ਕਿ ਉਹ ਘੱਟੋ ਘੱਟ ਕੈਂਡੀਡੇਟ ਨੂੰ ਵੇਖ ਕੇ ਵੋਟ ਪਾਉਣ, ਤਾਂ ਕਿ ਚੰਗੀ ਸੋਚ ਵਾਲਾ ਜਿਹੜਾ ਕੈਂਡੀਡੇਟ ਹੈ ਉਹ ਜਿੱਤ ਕੇ ਇੱਥੇ ਆਵੇ। ਕਿਉਂਕਿ ਇੱਥੇ ਇੱਕ ਅੱਧਾ ਬੰਦਾ ਕੋਈ ਚੰਗੀ ਸੋਚ ਵਾਲਾ ਵੀ ਆ ਜਾਵੇ ਤੇ ਉਹ ਇਕੱਲੇ ਦੇ ਵੱਸ ਦਾ ਕੋਈ ਇਹਦੇ 'ਚ ਸੁਧਾਰ ਕਰਨਾ ਕੋਈ ਸੌਖਾ ਕੰਮ ਨਹੀਂ ਹੈਗਾ। ਇੱਥੇ ਜਦੋਂ ਤੱਕ ਮੈਜੋਰਟੀ ਮੈਂਬਰਾਂ ਦੇ ਚੰਗੀ ਸੋਚ ਵਾਲਿਆਂ ਦੀ, ਚੰਗੇ ਜਿਹੜੇ ਵਿਜ਼ਨ ਵਾਲੇ ਲੋਕ ਹੈਗੇ ਆ, ਚੰਗੇ ਕਰੈਕਟਰ ਵਾਲੇ ਲੋਕ ਹੈਗੇ ਆ, ਜਿਹੜੇ ਸਿਸਟਮ ਨੂੰ ਅਡਾਪਟ ਕਰਨਾ ਚਾਹੁੰਦੇ ਆ, ਜਦੋਂ ਤੱਕ ਇਸ ਤਰੀਕੇ ਦੇ ਲੋਕਾਂ ਦੀ ਮੈਜੋਰਟੀ ਨਹੀਂ ਹੋਏਗੀ, ਮੈਂ ਕਹਿ ਸਕਦਾ ਕਿ ਕਮੇਟੀ ਦੇ ਵਿੱਚ ਸੁਧਾਰ ਕਰਨਾ ਬਹੁਤ ਔਖਾ ਹੈ। ਅੱਛਾ ਭਾਈ ਸਾਹਿਬ ਜੀ, ਹੁਣ ਜਿਹੜਾ ਅਯੋਧਿਆ ਦੇ ਵਿੱਚ ਆਪਾਂ ਵੇਖਿਆ ਕਿ ਪੀਐਮ ਮੋਦੀ ਨੇ ਇੱਕ ਸਟੇਟਮੈਂਟ ਦਿੱਤੀ ਹੈ ਜਦੋਂ ਰਾਮ ਮੰਦਿਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਇੱਕ ਰਾਮਾਇਣ ਲਿਖੀ ਹੈ, ਤੇ ਇਹ ਜਿਹੜੀ ਹੈ ਐਂਟੀ ਸਿੱਖ ਜਿਹੜੀ ਅਸੀਂ ਕਹਿੰਦੇ ਹਾਂ ਸਟੇਟਮੈਂਟ ਹੈ। ਪਰ ਇਸ ਸਟੇਟਮੈਂਟ ਦੇ ਉੱਪਰ ਨਾ ਦਿੱਲੀ ਕਮੇਟੀ ਵੱਲੋਂ, ਨਾ ਆਪ ਜੀ ਵੱਲੋਂ, ਨਾ ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਜਿਹੜੇ ਮੈਂਬਰ ਨੇ ਜਾਂ ਜਿਹੜੇ ਜ਼ਿੰਮੇਵਾਰ ਬੰਦੇ ਨੇ, ਉਹਨਾਂ ਨੇ ਵੀ ਜਿਹੜੀ ਇਹ ਚੁੱਪੀ ਸਾਧੀ ਹੋਈ ਹੈ, ਉਹ ਵੀ ਇਸ ਦੇ ਉੱਪਰ ਕੋਈ ਉਹਨਾਂ ਨੇ ਰਿਐਕਸ਼ਨ ਨਹੀਂ ਦਿੱਤਾ, ਕੋਈ ਆਪਣਾ ਪ੍ਰਤੀਕਰਮ ਨਹੀਂ ਦਿੱਤਾ। ਦੇਖੋ, ਮੈਂ ਇੱਕ ਗੱਲ ਬੜੀ ਸਪਸ਼ਟ ਕਹਿਣੀ ਚਾਹੁੰਦਾ, ਸਿੱਖ ਇੱਕ ਵੱਖਰੀ ਕੌਮ ਹੈ ਔਰ ਇਹਨੂੰ ਕਿਸੇ ਦੇ ਕਹਿਣ ਦੇ ਨਾਲ ਇਸ ਵਿਚਾਰ ਨੂੰ ਬਦਲਿਆ ਨਹੀਂ ਜਾ ਸਕਦਾ। ਲੇਕਿਨ ਜਿਹੜੀ ਤੁਸੀਂ ਗੱਲ ਰਾਮ ਮੰਦਿਰ ਦੀ ਕੀਤੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਉੱਥੇ ਗੋਬਿੰਦ ਰਾਮਾਇਣ ਦੀ ਗੱਲ ਕਹੀ ਹੈ, ਸੋ ਮੈਂ ਸਭ ਤੋਂ ਪਹਿਲਾਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕਹਿਣਾ ਚਾਹਾਂਗਾ ਕਿ ਕੌਮ ਬੜੀ ਦੁਵਿਧਾ ਦੇ ਵਿੱਚ ਹੈ। ਕੌਮ ਜਿਹੜੀ ਹੈ ਦਸਮ ਗ੍ਰੰਥ ਨੂੰ ਲੈ ਕੇ ਬਹੁਤ ਦੁਵਿਧਾ ਦੇ ਵਿੱਚ ਹੈਗੀ ਹੈ, ਕੌਮ ਦੇ ਵਿੱਚ ਵੰਡੀਆਂ ਪਈਆਂ ਹੋਣ। ਲੇਕਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਚਾਹੀਦਾ ਸਭ ਤੋਂ ਪਹਿਲਾਂ ਕੌਮ ਨੂੰ ਇਸ ਦੁਵਿਧਾ ਦੇ ਵਿੱਚੋਂ ਕੱਢਣ, ਇਸ ਸ਼ੰਕਾ ਦੇ ਵਿੱਚੋਂ ਕੱਢਣ। ਜਿੰਨੀ ਦੇਰ ਇਸ ਸ਼ੰਕਾ 'ਚੋਂ ਕੌਮ ਨਹੀਂ ਨਿਕਲੇਗੀ, ਕੌਮ ਦੇ ਵਿੱਚ ਆਪਸੀ ਭਾਈਚਾਰਾ ਮਜ਼ਬੂਤ ਨਹੀਂ ਹੋਏਗਾ, ਕੌਮ 'ਚ ਏਕਤਾ ਨਹੀਂ ਆਏਗੀ ਔਰ ਕੌਮ ਜਿਹੜੀ ਹੈ ਸਰਵਾਈਵ ਨਹੀਂ ਕਰ ਸਕੂਗੀ। ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਫਰਜ਼ ਬਣਦਾ ਹੈ। ਰਹੀ ਗੱਲ ਮੋਦੀ ਸਾਹਿਬ ਦੇ ਕਹਿਣ ਦੀ, ਸੋ ਇਹ ਸਾਰੀ ਗੱਲ ਜਿਹੜੀ ਹੈ, ਜਿਹੜਾ ਰਾਮਾ ਅਵਤਾਰ ਟੌਪਿਕ ਹੈਗਾ, ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਸ ਤਰੀਕੇ ਦੀਆਂ ਆਉਣੀਆਂ ਹੈ ਔਰ ਇਸ ਕਰਕੇ ਮੈਂ ਇਹ ਸਮਝਦਾ ਕਿ ਇਸ ਬਿਆਨ ਨੂੰ ਕੋਈ ਬਹੁਤ ਗੰਭੀਰਤਾ ਦੇ ਨਾਲ ਨਹੀਂ ਲੈਣਾ ਚਾਹੀਦਾ। ਕਈ ਵਾਰ ਜਦੋਂ ਬੰਦਾ ਕਿਸੇ ਗੱਲ ਨੂੰ ਰੱਖਦਾ ਹੈ ਤੇ ਕੋਈ ਸ਼ਬਦ ਉਹਦੇ ਮੂੰਹੋਂ ਐਸਾ ਨਿਕਲ ਸਕਦਾ ਹੈ ਕਿ ਉਹਦਾ ਭਾਵ ਕੁਛ ਗੱਲ ਨੂੰ ਕਹਿਣ ਦਾ ਹੋਰ ਹੋਵੇ ਔਰ ਸਮਝਣ ਵਾਲਾ ਉਹਨੂੰ ਕੋਈ ਦੂਸਰੇ ਭਾਵ 'ਚ ਸਮਝ ਲਵੇ। ਮੈਂ ਇਹਦੇ ਬਾਰੇ ਜ਼ਿਆਦਾ ਨਾ ਕਹਿ ਕੇ ਸਿਰਫ ਇੱਕੋ ਬੇਨਤੀ ਕਰਨੀ ਚਾਹੁੰਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੇ ਕੌਮ ਦੇ ਵਾਸਤੇ ਸਰਵੋੱਚ ਸੰਸਥਾ ਹੈਗੀ ਹੈ, ਜਿਹਨੂੰ ਹਰ ਸਿੱਖ ਨਤਮਸਤਕ ਹੈਗਾ ਹੈ, ਉਹਨਾਂ ਨੂੰ ਚਾਹੀਦਾ ਕਿ ਕੌਮ ਨੂੰ ਇਸ ਦੁਵਿਧਾ ਦੇ ਵਿੱਚੋਂ ਕੱਢਣ ਤਾਂ ਕਿ ਆਪਸੀ ਜਿਹੜੀਆਂ ਇਸ ਤਰੀਕੇ ਦੀਆਂ ਸ਼ੰਕਾਵਾਂ ਹੈਗੀਆਂ ਇਹਨਾਂ ਤੋਂ ਦੂਰ ਹੋਇਆ ਜਾ ਸਕੇ। ਅੱਛਾ ਭਾਈ ਸਾਹਿਬ ਜੀ, ਕੀ ਆਪ ਜੀ ਨੇ ਤੁਸੀਂ ਆਰਐਸਐਸ ਕਦ ਜੁਆਇਨ ਕੀਤੀ ਹੈ ਤੇ ਕੀ ਤੁਸੀਂ ਆਰਐਸਐਸ ਦੀ ਆਈਡੀਓਲੋਜੀ ਨੂੰ ਮੰਨਦੇ ਹੋ ਕਿ ਆਰਐਸਐਸ ਦੀ ਆਈਡੀਓਲੋਜੀ ਇਹ ਹੈ ਕਿ ਸਿੱਖ ਜਿਹੜੀ ਹੈ ਵੱਖਰੀ ਕੌਮ ਨਹੀਂ ਹੈ ਤੇ ਸਿੱਖ ਹਿੰਦੂ ਧਰਮ ਦਾ ਹੀ ਇੱਕ ਬ੍ਰਾਂਚ ਹੈ, ਇੱਕ ਉਹਨਾਂ ਦੀ ਸੰਸਥਾ ਹੈ, ਉਸ ਨੂੰ ਜਿਹੜਾ ਇੱਕ ਵੱਖਰੀ ਕੌਮ ਨਹੀਂ ਮੰਨਦੀ ਆਰਐਸਐਸ? ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ? ਮੈਂ ਤੁਹਾਡੇ ਸਵਾਲ ਦੇ ਨਾਲ ਹੀ ਇਤਫਾਕ ਨਹੀਂ ਰੱਖਦਾ ਕਿ ਇਹ ਮਨ ਘੜਤ ਗੱਲਾਂ ਹੈਗੀਆਂ ਕਿ ਆਰਐਸਐਸ ਇਹ ਕਹਿੰਦੀ ਹੈ ਕਿ ਸਿੱਖ ਵੱਖਰੀ ਕੌਮ ਨਹੀਂ ਹੈ। ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹਾਂਗਾ ਕਿ ਤੁਸੀਂ ਕਿਸੇ ਵੀ ਆਰਐਸਐਸ ਦੇ ਵੱਡੇ ਅਹੁਦੇਦਾਰ ਦੇ ਕੋਲ ਜਾ ਕੇ ਇਹ ਗੱਲ ਪੁੱਛੋ ਔਰ ਜਿਸ ਦਿਨ ਅਗਰ ਉਹ ਇਹ ਗੱਲ ਕਹਿ ਦੇਣਗੇ ਕਿ ਸਿੱਖ ਵੱਖਰੀ ਕੌਮ ਨਹੀਂ ਹੈਗੀ ਤਾਂ ਤੁਹਾਡਾ ਸਵਾਲ ਵੀ ਜਾਇਜ਼ ਹੈ ਤੇ ਉਹਦੇ 'ਤੇ ਜਵਾਬ ਦੇਣਾ ਵੀ ਜਾਇਜ਼ ਹੈ। ਇਹ ਕੇਵਲ ਭ੍ਰਾਂਤੀਆਂ ਜਿਹੜੀਆਂ ਫੈਲਾਈਆਂ ਜਾ ਰਹੀਆਂ। ਕਿਤੇ ਵੀ ਮੈਂ ਆਰਐਸਐਸ ਦੇ ਨਾਲ ਬੇਸ਼ੱਕ ਮੇਰਾ ਤਾਲੁਕਾਤ ਹੈ ਜਾਂ ਨਹੀਂ ਹੈ, ਕਿਉਂਕਿ ਮੈਂ ਭਾਰਤੀ ਜਨਤਾ ਪਾਰਟੀ ਦਾ ਲਗਭਗ 25 ਸਾਲ ਤੋਂ ਮੈਂ ਉਹਨਾਂ ਦਾ ਇੱਕ ਕਾਰਜਕਰਤਾ ਹੋਣ ਦੇ ਨਾਤੇ ਅੱਜ ਦਿੱਲੀ ਪ੍ਰਦੇਸ਼ ਦੇ ਮੈਂ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ 'ਤੇ ਵੀ ਵਿਰਾਜਮਾਨ ਰਿਹਾ। ਮੇਰੀ ਵਾਈਫ ਵੀ ਕਾਉਂਸਲਰ ਹੈਗੀ ਆ। ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ, ਮੇਰੇ ਵਾਸਤੇ ਸਿੱਖੀ ਪਹਿਲੇ ਹੈ, ਸਿੱਖੀ ਸਿਧਾਂਤ ਪਹਿਲੇ ਹੈਗੇ ਆ, ਮੇਰੀ ਪਾਰਟੀ ਬਾਅਦ 'ਚ ਹੋ ਸਕਦੀ ਹੈ। ਇਸ ਕਰਕੇ ਮੈਂ ਸਿੱਖੀ ਸਿਧਾਂਤਾਂ 'ਤੇ ਪਹਿਰਾ ਦਿੰਦੇ ਹੋਏ ਅੱਜ ਇਹ ਗੱਲ ਕਹਿ ਸਕਦਾ ਕਿ ਇਹ ਜਿਹੜੀਆਂ ਭ੍ਰਾਂਤੀਆਂ ਫੈਲਾਈਆਂ ਜਾ ਰਹੀਆਂ ਇਹਦੇ ਪਿੱਛੇ ਕੁਛ ਉਹ ਰਾਜਨੀਤਿਕ ਲੋਕ ਹੈਗੇ ਆ। ਆਰਐਸਐਸ ਨੇ ਕਿਸੇ ਟਾਈਮ ਮੇਰਾ ਖਿਆਲ ਹੈ 2004 ਦੇ ਵਿੱਚ ਜਿਹੜੇ ਪ੍ਰਮੁੱਖ ਸੀਗੇ ਉਹਨਾਂ ਨੇ ਇਹ ਗੱਲ ਮੰਨ ਲਈ ਸੀ ਔਰ ਮੀਡੀਆ ਦੇ ਵਿੱਚ ਵੀ ਕਹਿ ਦਿੱਤੀ ਸੀ ਕਿ ਸਿੱਖ ਇੱਕ ਵੱਖਰੀ ਕੌਮ ਹੈ। ਨਹੀਂ, ਜਿਵੇਂ ਆਪ ਜੀ ਕਰੋ ਕਿ ਸਿੱਖ ਇੱਕ ਵੱਖਰੀ ਕੌਮ ਹੈ, ਆਰਐਸਐਸ ਵੀ ਕਹਿ ਰਹੀ ਹੈ, ਪਰ ਆਰਐਸਐਸ ਦੇ ਹੀ ਮੋਹਨ ਭਾਗਵਤ ਜੀ ਨੇ ਜਦੋਂ ਨਾਨਕਸ਼ਾਹੀ ਕੈਲੰਡਰ ਦਾ ਮਸਲਾ ਆਇਆ ਸੀ ਤਾਂ ਉਹਨਾਂ ਨੇ ਅੰਮ੍ਰਿਤਸਰ ਵਿੱਚ ਜਾ ਕਰਕੇ ਸਟੇਟਮੈਂਟ ਦਿੱਤੀ ਸੀ ਕਿ ਨਾਨਕਸ਼ਾਹੀ ਕੈਲੰਡਰ ਜਿਹੜਾ ਇਹ ਸਿੱਖਾਂ ਤੇ ਹਿੰਦੂਆਂ ਨੂੰ ਵੱਖ ਕਰਦਾ ਹੈ, ਸਿੱਖ ਜਿਹੜੇ ਨੇ ਉਹ ਹਿੰਦੂ ਧਰਮ ਦਾ ਹਿੱਸਾ ਨੇ, ਉਹ ਵੱਖਰੇ ਨਹੀਂ ਹੋ ਸਕਦੇ, ਅਸੀਂ ਨਾਨਕਸ਼ਾਹੀ ਕੈਲੰਡਰ ਨੂੰ ਜਿਹੜਾ ਉਹ ਇੱਥੇ ਲਾਗੂ ਨਹੀਂ ਹੋਣ ਦੇਵਾਂਗੇ। ਉਸੇ ਆਈਡੀਓਲੋਜੀ ਨੂੰ ਲੈ ਕਰਕੇ ਫਿਰ ਨਾਨਕਸ਼ਾਹੀ ਕੈਲੰਡਰ ਦਾ ਕਤਲ ਵੀ ਹੋਇਆ ਤੇ ਅੱਜ ਜਿਹੜਾ ਅਸੀਂ ਵੇਖ ਰਹੇ ਹਾਂ ਕਿ ਜਿਹੜੇ ਗੁਰਪੁਰਬ ਨੇ ਉਹ ਗੁਰਪੁਰਬ ਵੀ ਜਿਹੜੇ ਆ ਉਹ ਅੱਗੇ ਪਿੱਛੇ ਆ ਰਹੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਦਿਨ ਜਿਹੜਾ ਅਸੀਂ ਪ੍ਰਕਾਸ਼ ਪੁਰਬ ਜਿਹੜਾ ਉਹ ਸਾਲ 'ਚ 3 ਵਾਰੀ ਵੀ ਆ ਜਾਂਦਾ, ਸਾਲ ਵਿੱਚ 2 ਵਾਰੀ ਵੀ ਆ ਜਾਂਦਾ, ਕਿਉਂਕਿ ਆਈਡੀਓਲੋਜੀ ਜਿਹੜੀ ਕਿਸੇ ਕਿਤੇ ਹੋਰ ਅਸੀਂ ਅਪਣਾਈ ਹੋਈ ਹੈ। ਤੇ ਫਿਰ ਕਿਸ ਤਰੀਕੇ ਨਾਲ ਆਪ ਜੀ ਕਹਿੰਦੇ ਹੋ ਕਿ ਆਰਐਸਐਸ ਜਿਹੜੀ ਹੈ ਉਹ ਇਹ ਗੱਲ ਨਹੀਂ ਕਹਿ ਰਹੀ ਕਿ ਸਿੱਖ ਜਿਹੜੇ ਨੇ ਉਹ ਹਿੰਦੂ ਵੱਖਰੀ ਕੌਮ ਨੇ? ਦੇਖੋ, ਮੈਂ ਜਿਹੜਾ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ
ਵੀ ਇੱਕ ਦੁਵਿਧਾ ਜਿਹੜੀ ਹੈ ਕੌਮ ਦੇ ਵਿੱਚ ਬਣੀ ਹੋਈ ਹੈ। ਬਹੁਤ ਸਾਰੇ ਉਹਦੇ ਵਿੱਚ ਜਿਹੜੇ ਇੰਟੈਲੈਕਚੁਅਲ ਲੋਕ ਹੈਗੇ ਆ ਉਹ ਵੱਖਰਾ ਮਤ ਰੱਖਦੇ ਆ। ਔਰ ਇਹਦੇ ਉੱਤੇ ਵੀ ਮੈਂ ਇੱਕੋ ਗੱਲ ਕਹਿਣੀ ਚਾਹਾਂਗਾ ਕਿ ਸਿੱਖਾਂ ਦੇ ਵਾਸਤੇ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ, ਤੇ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਹੈ ਉਹਨਾਂ ਨੂੰ ਮੈਂ ਕਹਿ ਸਕਦਾ ਕਿ ਨਿਡਰ ਹੋ ਕੇ ਕੌਮ ਦੇ ਹਿੱਤ ਦੇ ਵਿੱਚ ਇਹ ਫੈਸਲਾ ਲੈਣਾ ਚਾਹੀਦਾ ਹੈ। ਇਹਦੇ ਵਾਸਤੇ ਕਿਤੇ RSS ਰੁਕਾਵਟ ਨਹੀਂ ਹੈਗੀ ਹੈ। ਲੇਕਿਨ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਸ਼ਾਇਦ ਉਹ ਆਪ ਹੀ ਇਸ ਬਾਰੇ ਫੈਸਲਾ ਨਹੀਂ ਕਰ ਪਾ ਰਹੇ। ਇਹਦੇ ਬਾਰੇ ਫੈਸਲਾ ਹੋਣਾ ਚਾਹੀਦਾ ਹੈ। ਸਿੱਖ ਵੱਖਰੀ ਕੌਮ ਹੈ, ਇਸ ਗੱਲ ਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ, ਨਾ ਇਹ ਗੱਲ ਸੁਣੀ ਜਾ ਸਕਦੀ ਹੈ ਔਰ ਨਾ ਇਸ ਗੱਲ ਨੂੰ ਕਿਸੇ ਵੱਲੋਂ ਕਿਹਾ ਜਾ ਰਿਹਾ ਹੈ। ਇਹਦੇ ਉਸ ਕੇਵਲ ਤੇ ਕੇਵਲ ਜਿਹੜੀਆਂ ਕੁਝ ਰਾਜਨੀਤਿਕ ਪਾਰਟੀਆਂ ਜਿਹੜੀਆਂ ਇਸ ਗੱਲ ਦਾ ਲਾਹਾ ਲੈਣਾ ਚਾਹੁੰਦੀਆਂ, ਇਹ ਵੀ ਬਹੁਤਾ ਪ੍ਰਚਾਰ ਕੂੜ ਪ੍ਰਚਾਰ ਉਹਨਾਂ ਵੱਲੋਂ ਕੀਤਾ ਜਾਂਦਾ ਹੈ। ਜਦਕਿ RSS ਦੀ ਦਖਲਅੰਦਾਜ਼ੀ ਮੈਂ ਬਿਲਕੁਲ ਨਹੀਂ ਸਮਝਦਾ ਕਿ ਕੌਮ ਦੇ ਮਸਲਿਆਂ ਦੇ ਵਿੱਚ ਕਿਤੇ ਉਹਨਾਂ ਦੀ ਦਖਲਅੰਦਾਜ਼ੀ ਹੋਵੇ। ਮੈਂ ਇੱਕ ਤੁਹਾਡੇ ਸਾਹਮਣੇ ਉਦਾਹਰਣ ਹੈ ਕਿ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਲੜਨੀ ਸੀ ਤੇ ਕਿਤੇ ਵੀ ਪਾਰਟੀ ਵੱਲੋਂ, ਭਾਰਤੀ ਜਨਤਾ ਪਾਰਟੀ ਵੱਲੋਂ ਇਹ ਆਬਜੈਕਸ਼ਨ ਨਹੀਂ ਕੀਤਾ ਗਿਆ ਔਰ ਇਹ ਕਿਹਾ ਗਿਆ, ਮੈਂ 3 ਇਲੈਕਸ਼ਨਾਂ ਲੜਿਆ, 2 ਜਿੱਤਿਆ ਹੈ ਔਰ ਤਿੰਨੋਂ ਵਾਰੀ ਸਾਡੀ ਪਾਰਟੀ ਦੇ ਪ੍ਰਧਾਨ ਨੇ ਕਿਹਾ ਕਿ ਇਹ ਤੁਹਾਡੀ ਕੌਮ ਦਾ ਮਸਲਾ ਹੈ, ਇਹ ਤੁਹਾਡੀ ਜਿਹੜੀ ਸੰਸਥਾ ਹੈਗੀ ਧਾਰਮਿਕ ਸੰਸਥਾ ਹੈਗੀ ਆ। ਅਗਰ ਤੁਸੀਂ ਉਸ ਸੰਸਥਾ ਦੀ ਸੇਵਾ ਕਰਨਾ ਚਾਹੁੰਦੇ ਹੋ, ਉਸ ਸੰਸਥਾ ਦੇ ਰਾਹੀਂ ਤੁਸੀਂ ਸੰਗਤ ਦੀ ਸੇਵਾ ਕਰਨੀ ਚਾਹੁੰਦੇ ਹੋ, ਤਾਂ ਮੈਂ ਇਕੱਲੇ ਆਪਣੇ ਵਾਸਤੇ ਨਹੀਂ ਗੱਲ ਕਹਾਂਗਾ, ਕੋਈ ਵੀ ਸਿੱਖ ਜਿਹੜਾ ਆਪਣੀ ਸੰਗਤ ਦੀ ਸੇਵਾ ਕਰਨੀ ਚਾਹੁੰਦਾ ਹੈ ਔਰ ਸਿੱਖੀ ਸਿਧਾਂਤਾਂ ਦੇ ਨਾਲ ਕਰਨੀ ਚਾਹੁੰਦਾ ਹੈ ਤੇ ਉਹਦੇ ਵਾਸਤੇ ਕਿਤੇ ਕੋਈ ਮਨਾਹੀ ਨਹੀਂ ਹੈ। ਕੋਈ ਜ਼ਰੂਰੀ ਨਹੀਂ ਹੈਗਾ ਕਿ ਇਹ ਕਿਸੇ ਖਾਸ ਪਾਰਟੀ ਦਾ ਪਟਾ ਹੀ ਗਲ ਦੇ ਵਿੱਚ ਹੋਵੇ ਤੇ ਉਹੀ ਲੋਕ ਸੇਵਾ ਕਰ ਸਕਦੇ ਆ। ਜੇ ਮੈਂ ਇਹ ਗੱਲ ਕਹਾਂ, ਸ਼ਾਇਦ ਹਾਥੀ ਦੇ ਦੰਦ ਖਾਣ ਦੇ ਹੋਰ, ਦਿਖਾਉਣ ਦੇ ਹੋਰ ਬਹੁਤ ਸਾਰੀਆਂ ਊਣਤਾਵਾਂ ਤੁਹਾਨੂੰ ਉਹਨਾਂ ਲੋਕਾਂ ਦੇ ਵਿੱਚ ਮਿਲਣਗੀਆਂ ਜਿਹੜੇ ਇਸ ਤਰੀਕੇ ਦਾ ਭੰਡੀ ਪ੍ਰਚਾਰ ਕਰਦੇ ਆ। ਅੱਛਾ ਭਾਈ ਸਾਹਿਬ ਜੀ, ਅਖੀਰ ਦੇ ਵਿੱਚ ਇੱਕ ਸਵਾਲ ਰਹਿੰਦਾ ਹੈ ਸਾਡਾ ਕਿ ਬਾਦਲ ਪਾਰਟੀ ਨੂੰ ਲੈ ਕੇ ਸੰਗਤ ਵਿੱਚ ਕਾਫੀ ਜਿਹੜੀ ਹੈ ਇਸ ਟਾਈਮ ਨਿਰਾਸ਼ਾ ਜਿਹੜੀ ਉਹ ਪਾਈ ਜਾਂਦੀ ਹੈ। ਇੱਕ ਬਾਦਲ ਵਿਰੋਧੀ ਲਹਿਰ ਜਿਹੜੀ ਹੈ ਇੱਕ ਪੰਥ ਦੇ ਵਿੱਚ, ਕੌਮ ਦੇ ਵਿੱਚ ਜਿਹੜੀ ਹੈ ਉਹ ਲਹਿਰ ਪੈਦਾ ਹੋ ਚੁੱਕੀ ਹੈ। ਪਿਛਲੇ 7 ਸਾਲਾਂ ਦੀ ਅਚੀਵਮੈਂਟ ਜਿਹੜੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਉਹ ਤੁਸੀਂ ਕੀ ਗਿਣਦੇ ਹੋ ਤੇ 2021 ਦੇ ਵਿੱਚ ਜਿਹੜੀਆਂ ਚੋਣਾਂ ਹੋਣਗੀਆਂ ਉਸ ਦਾ ਮੈਨੀਫੈਸਟੋ ਕੀ ਹੋਏਗਾ? ਦੇਖੋ, ਉਹਦਾ ਮੈਨੀਫੈਸਟੋ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਕਿ ਜਿਹੜੇ ਅਕਾਲੀ ਦਲ ਦੇ ਅਹੁਦੇਦਾਰ ਹੈ ਉਸ ਮੈਨੀਫੈਸਟੋ ਬਾਰੇ ਉਹ ਲੋਕ ਦੱਸਣਗੇ ਕਿਉਂਕਿ ਉਹ ਉਹਨਾਂ ਦੀ ਪਾਰਟੀ ਦਾ ਇਸ਼ੂ ਹੈ। ਲੇਕਿਨ ਪਿਛਲੇ 7-8 ਸਾਲਾਂ ਦੇ ਵਿੱਚ ਬਹੁਤ ਸਾਰੇ ਕੰਮ ਚੰਗੇ ਵੀ ਹੋਏ ਹੈ, ਬਹੁਤ ਸਾਰੀਆਂ ਜਿਹੜੀਆਂ ਗੱਲਾਂ ਚੰਗੀਆਂ ਹੋਈਆਂ। ਲੇਕਿਨ ਕਹਿੰਦੇ ਹੁੰਦੇ ਜੇ ਵਿਰਾਸਤ ਦੇ ਵਿੱਚ ਜੋ ਮਿਲਦਾ ਹੈ ਉਹ ਇੱਕ ਮੁੱਖ ਕਾਰਨ ਹੁੰਦਾ ਹੈ ਕਿ ਉਸ ਵਿਰਾਸਤ 'ਚ ਮਿਲੀ ਚੀਜ਼ ਨੂੰ ਕਿੰਨੇ ਟਾਈਮ ਦੇ ਵਿੱਚ ਆਪਾਂ ਕਿਸ ਤਰੀਕੇ ਲੈਣੇ ਹੈਗੇ ਆ। ਬਹੁਤ ਸਾਰੀ ਦਿੱਕਤ ਹੁਣ ਮੋਟੇ ਤੌਰ ਤੇ ਤੁਸੀਂ ਕਹਿ ਲਓ ਵੀ 5 ਮਹੀਨੇ ਜਿਹੜੇ ਪਿਛਲੇ ਹੋਏ ਆ, ਇਹਨਾਂ 5 ਮਹੀਨਿਆਂ ਦੇ ਵਿੱਚ ਮੈਂ ਗੁਰੂ ਦੀ ਸੰਗਤ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਹਨਾਂ ਅਦਾਰਿਆਂ ਤੋਂ ਤਾਲੇ ਲੱਗਣ ਤੋਂ ਬਚਾਏ ਆ। ਇਹਨਾਂ ਅਦਾਰਿਆਂ ਦੇ ਜੋ ਹਾਲਾਤ, ਜਿਸ ਤਰੀਕੇ 5 ਮਹੀਨੇ ਸੰਗਤ ਆਪਣੇ ਘਰਾਂ ਦੇ ਵਿੱਚੋਂ ਗੁਰੂ ਘਰ ਦੇ ਵਿੱਚ ਦਰਸ਼ਨਾਂ ਦੇ ਵਾਸਤੇ ਨਹੀਂ ਪਹੁੰਚੀ, ਗੁਰੂ ਦੀਆਂ ਗੋਲਕਾਂ ਜਿਹੜੀਆਂ ਉਹ ਬਿਲਕੁਲ ਜ਼ੀਰੋ ਹੋ ਗਈਆਂ। ਲੇਕਿਨ ਸੰਗਤ ਦਾ ਧੰਨਵਾਦ ਇਸ ਕਰਕੇ ਕਰਨਾ ਚਾਹੁੰਦਾ ਕਿ ਵਿਦੇਸ਼ਾਂ 'ਚ ਬੈਠੇ ਵੀਰਾਂ ਨੇ ਔਰ ਇਸ ਧਰਤੀ ਤੇ ਬੈਠੇ ਵੀਰਾਂ ਨੇ ਵੀ ਗੁਰੂ ਘਰ ਦੀ ਚਿੰਤਾ ਕਰਕੇ, ਜਿੱਥੇ ਗੁਰੂ ਦੇ ਲੰਗਰਾਂ ਦੀ ਸੇਵਾ ਕੀਤੀ ਹੈ, ਬੇਅੰਤ ਸੇਵਾ ਕੀਤੀ ਹੈ, ਉੱਥੇ ਗੁਰੂ ਘਰਾਂ ਦੇ ਵਾਸਤੇ ਮਾਇਆ ਦੇ ਕੇ ਜਿਹੜੇ ਇੱਥੋਂ ਦੇ ਸੇਵਾਦਾਰ ਹੈਗੇ ਆ, ਪ੍ਰਬੰਧਕ ਹੈਗੇ ਆ, ਮੈਨੇਜਮੈਂਟ ਦੇ ਵਿੱਚ ਜਿਹੜੇ ਲੋਕ ਹੈਗੇ ਆ, ਜਿਹੜੇ ਇੱਥੇ ਦੇ ਮੁਲਾਜ਼ਮ ਹੈਗੇ ਆ, ਉਹਨਾਂ ਦੀਆਂ ਤਨਖਾਹਾਂ ਦੀ ਚਿੰਤਾ ਕੀਤੀ ਔਰ ਬਹੁਤ ਵੱਡੀ ਇੱਕ ਰਾਸ਼ੀ ਇਹਦੇ ਵਿੱਚੋਂ ਸਕੂਲਾਂ ਦੀਆਂ ਤਨਖਾਹਾਂ ਦੇ ਵਾਸਤੇ ਵੀ ਦਿੱਤੀ ਗਈ ਹੈ। ਲੇਕਿਨ ਤੁਸੀਂ ਬਾਰ-ਬਾਰ ਸਵਾਲ ਕਰਦੇ ਹੋ, ਮੈਂ ਸਕੂਲਾਂ ਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਲਗਭਗ ਇਸ ਟਾਈਮ ਅਸੀਂ ਕੋਈ 15 ਕਰੋੜ ਰੁਪਈਆ ਸੈਲਰੀ ਜਿਹੜੀ ਹੈ ਸਾਡੇ 12 ਸਕੂਲ ਜਿਹੜੇ ਹੈਗੇ ਆ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਉਹਨਾਂ ਦੀ ਸੈਲਰੀ ਦਾ 15 ਕਰੋੜ ਰੁਪਈਆ ਭੁਗਤਾਨ ਹੋਣ ਵਾਲਾ ਰਹਿੰਦਾ ਹੈਗਾ ਸਾਡਾ ਜੁਲਾਈ ਮਹੀਨੇ ਤੱਕ ਦਾ। ਔਰ ਜੁਲਾਈ ਮਹੀਨੇ ਤੱਕ ਦੀ ਸਾਡੀ 16.5 ਕਰੋੜ ਰੁਪਈਆ ਫੀ ਡਿਫਾਲਟਰ ਜਿਹੜੀ ਕਲੈਕਸ਼ਨ ਰਹਿੰਦੀ ਹੈ। ਅਗਰ ਸਾਡੇ ਕੋਲ ਅੱਜ ਉਹ 16.5 ਕਰੋੜ ਰੁਪਈਆ ਆ ਜਾਵੇ ਤੇ 15 ਕਰੋੜ ਰੁਪਈਆ ਹੁਣ ਤੱਕ ਦੀਆਂ ਸੈਲਰੀਆਂ ਸਾਰੇ ਸਟਾਫ ਦੀਆਂ ਦੇ ਕੇ ਵੀ ਸਾਡੇ ਕੋਲ 1.5 ਕਰੋੜ ਰੁਪਈਆ ਬਚਦਾ ਹੈ। ਸੋ ਵੱਡਾ ਕਾਰਨ ਹੈ ਕਿ ਇਸ ਲੋਕਡਾਊਨ ਦੇ ਦਰਮਿਆਨ ਇਸ ਸਾਲ ਦੇ ਵਿੱਚ ਚਾਲੂ ਜਿਹੜਾ ਸੈਸ਼ਨ ਹੈ ਇਹਦੇ ਵਿੱਚ ਤਾਂ ਫੀਸਾਂ ਕੇਵਲ ਤੇ ਕੇਵਲ ਕਿਸੇ ਸਕੂਲ ਦੇ ਵਿੱਚ 30%, ਕਿਤੇ 35% ਔਰ ਹੱਦ 40% ਤੱਕ ਬੱਚੇ ਜਿਹੜੇ ਆ ਉਹ ਫੀਸਾਂ ਦੇ ਪਾਏ ਆ। ਔਰ ਵੱਡਾ ਕਾਰਨ ਹੈ ਇਹਦੇ ਪਿੱਛੇ, ਮੈਂ ਤੁਹਾਨੂੰ ਉਹ ਕਾਰਨ ਵੀ ਦੱਸਣਾ ਚਾਹੁੰਦਾ ਕਿ ਸਕੂਲਾਂ ਦੇ ਵਿੱਚ ਚੰਗੇ ਮਾੜੇ ਹਰ ਤਰ੍ਹਾਂ ਦੇ ਪਰਿਵਾਰਾਂ ਦੇ ਬੱਚੇ ਜਿਹੜੇ ਆ ਉਹਨਾਂ ਸਕੂਲਾਂ 'ਚ ਆਉਂਦੇ ਆ। ਬਹੁਤ ਸਾਰੇ ਪਰਿਵਾਰ, ਜਦੋਂ ਆਪਾਂ ਬਰੀਕੀ 'ਚ ਘੋਖ ਕੀਤੀ ਹੈ, ਅੱਜ ਬੱਚਿਆਂ ਦੇ ਕੋਲ ਸਮਾਰਟਫੋਨ ਹੈ ਨਹੀਂ ਹੈ ਕਿ ਉਹ ਬੱਚੇ ਸਮਾਰਟਫੋਨ ਨਾ ਹੋਣ ਦੀ ਵਜ੍ਹਾ ਦੇ ਨਾਲ ਆਨਲਾਈਨ ਕਲਾਸਾਂ ਜੁਆਇਨ ਨਹੀਂ ਕਰ ਪਾ ਰਹੇ। ਸੋ ਇਹ ਸਰਕਾਰਾਂ ਦਾ ਵੀ ਫਰਜ਼ ਬਣਦਾ ਹੈ ਕਿ ਸਰਕਾਰਾਂ ਇਸ ਗੱਲ ਦੀ ਚਿੰਤਾ ਕਰਦੀ, ਕਿਉਂਕਿ ਜਿਹੜੀਆਂ ਆਨਲਾਈਨ ਕਲਾਸਾਂ ਉਹ ਸਮਾਰਟ ਕਲਾਸ ਤੋਂ, ਸਮਾਰਟਫੋਨ ਤੋਂ ਬਗੈਰ ਲੈ ਨਹੀਂ ਸਕਦਾ ਬੱਚਾ। ਤੋਂ ਪਰਿਵਾਰਾਂ ਦੇ ਕੋਲ ਸਮਾਰਟਫੋਨ ਹੈ ਨਹੀਂ, ਰੋਟੀ ਖਾਣ ਨੂੰ ਪੈਸੇ ਹੈ ਨਹੀਂ, ਤੇ ਉਹ ਫੋਨ ਕਿੱਥੋਂ ਲੈਣ। ਇਹ ਵੱਡੀਆਂ
ਚੈਲੰਜ ਜਿਹੜੇ ਹੈ ਕਮੇਟੀ ਦੇ ਸਾਹਮਣੇ ਆਏ ਹੈ ਔਰ ਸਾਡੇ ਸਟਾਫ ਦੇ ਸਾਹਮਣੇ ਆਏ ਹੈ। ਮੈਂ ਜਿੱਥੇ ਸੰਗਤ ਦਾ ਧੰਨਵਾਦੀ ਹਾਂ ਉੱਥੇ ਸਟਾਫ ਦਾ ਵੀ ਧੰਨਵਾਦੀ ਹਾਂ ਕਿ ਉਹਨਾਂ ਨੇ ਬੜੀ ਹਲੀਮੀ ਦੇ ਨਾਲ ਘੱਟੋ ਘੱਟ ਆਪਣਾ ਜਿਹੜਾ ਕਿੱਤਾ ਸੀਗਾ ਬੱਚਿਆਂ ਨੂੰ ਆਨਲਾਈਨ ਕਲਾਸਾਂ ਦੇ ਨਾਲ ਅੱਜ ਤੱਕ ਜੋੜੀ ਰੱਖਿਆ ਹੈ ਔਰ ਬੱਚੇ ਜਿਹੜੀ ਹੈ ਆਪਣੀ ਆਨਲਾਈਨ ਸਿੱਖਿਆ ਜਿਹੜੀ ਉਹ ਗ੍ਰਹਿਣ ਵੀ ਕਰ ਰਹੇ। ਸੋ ਇਹ ਸਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਜੀ ਸਰਦਾਰ ਕੁਲਵੰਤ ਸਿੰਘ ਜੀ ਬਾਠ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਆ ਰਹੀਆਂ ਨੇ 2021 ਦੇ ਵਿੱਚ ਮਾਰਚ ਦੇ ਵਿੱਚ, ਤੇ ਉਹਨਾਂ ਦੇ ਉੱਪਰ ਆਪਣਾ ਪ੍ਰਤੀਕਰਮ ਦੇ ਰਹੇ ਸਨ। ਨਾਲ ਦੇ ਨਾਲ ਜੋ ਕਿ ਵਿਚਾਰਾਂ ਜਿਹੜੀਆਂ ਉੱਭਰ ਕੇ ਸਾਹਮਣੇ ਆਈਆਂ ਉਹ ਸਾਰੀਆਂ ਸੰਗਤਾਂ ਨਾਲ ਸਾਂਝੇ ਕੀਤੀਆਂ ਨੇ। ਆਪ ਜੀ ਦਾ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ। ਪ੍ਰਵਾਨ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सत श्री अकाल जी, मेरा नाम गुरजीत सिंह है एंड वी आर लोकेटेड इन खान मार्केट दिल्ली। We are a high-end electronic gadget store with IT and surveillance. We have a team of 35 dedicated people and we are authorized for more than 60 international brands which includes Nespresso, Dyson, Devyale, Bose, Apple, Blue Air, Honeywell, to name few of our customers, big corporate houses, business people, ਇੰਡਸਟਰੀਲਿਸਟ, ਪੋਲੀਟੀਸ਼ੀਅਨਸ, ਦੇ ਆਰ ਆਲ ਆਵਰ ਕਸਟਮਰਸ। ਸਾਡੇ ਕੋਲ 5000 ਤੋਂ ਜ਼ਿਆਦਾ ਸੈਟੀਸਫਾਈਡ ਕਸਟਮਰਸ ਹੈਗੇ ਨੇ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਮੈਂ ਔਰ ਮੇਰੀ ਟੀਮ ਇਹਨਾਂ ਸਾਰਿਆਂ ਨੂੰ ਬਹੁਤ ਹੀ ਵਧੀਆ ਇੰਡੀਆ ਦੇ ਅੰਦਰ ਬੈਸਟ ਟੂ ਬੈਸਟ ਪ੍ਰੋਡਕਟਸ ਔਰ ਬੈਸਟ ਟੂ ਬੈਸਟ ਸਰਵਿਸਿਜ਼ ਪ੍ਰੋਵਾਈਡ ਕਰ ਸਕੀਏ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।